हाँ जी बेटे, ਆਪਾਂ ਹੁਣ ਐਕਸਪੈਂਸ਼ਨ ਆਫ ਲਿਕੁਇਡਸ ਦਾ ਟੌਪਿਕ ਕਰਨਾ ਹੈ। ਲਾਸਟ ਲੈਕਚਰ ਦੇ ਵਿੱਚ ਆਪਾਂ ਥਰਮਲ ਐਕਸਪੈਂਸ਼ਨ ਆਫ ਸੋਲਿਡਸ ਦੇਖੀ, ਨਾਲ ਉਹਦੇ ਕੋਫੀਸ਼ੀਐਂਟਸ ਆਪਾਂ ਪੜ੍ਹੇ, 3 ਟਾਈਪ ਦੇ ਸੀ। ਹੁਣ ਆਪਾਂ ਉਹੀ ਐਕਸਪੈਂਸ਼ਨ ਅੱਗੇ ਹੁਣ ਲਿਕੁਇਡਸ ਬਾਰੇ ਗੱਲ ਕਰਨੀ ਹੈ, ਠੀਕ ਹੈ। ਤਾਂ ਦੇਖੋ, ਜਦੋਂ ਆਪਾਂ ਲਿਕੁਇਡ ਨੂੰ ਹੀਟ ਕਰਦੇ ਹਾਂ, ਲਿਕੁਇਡ ਆਪਾਂ ਕਿਸੇ ਸੋਲਿਡ ਦੇ ਵਿੱਚ ਵੈਸਲ ਕਿਸੇ ਵੀ ਹੈ ਨਾ ਭਾਂਡੇ ਦੇ ਵਿੱਚ ਪਾ ਕੇ, ਕੰਟੇਨਰ ਦੇ ਵਿੱਚ ਪਾ ਕੇ ਹੀ ਉਹਨੂੰ ਹੀਟ ਕਰਾਂਗੇ। ਤਾਂ ਇਹਦਾ ਮਤਲਬ ਲਿਕੁਇਡ ਦੀ ਐਕਸਪੈਂਸ਼ਨ ਦੇ ਨਾਲ ਨਾਲ ਉਹ ਕੰਟੇਨਰ ਦੇ ਵਿੱਚ ਵੀ ਕੁਛ ਨਾ ਕੁਛ ਐਕਸਪੈਂਸ਼ਨ ਹੋਏਗੀ। ਇਸ ਐਕਸਪੈਂਸ਼ਨ ਨੂੰ ਆਪਾਂ ਕੀ ਕਹਿੰਦੇ ਆ? ਅਪੈਰੈਂਟ ਐਕਸਪੈਂਸ਼ਨ। ਜੇ ਆਪਾਂ ਕਹੀਏ ਵੀ ਕੰਟੇਨਰ ਨਾ ਐਕਸਪੈਂਡ ਕਰੇ, ਸਿਰਫ ਫਿਰ ਲਿਕੁਇਡ ਐਕਸਪੈਂਡ ਕਰੂਗਾ, ਉਹਨੂੰ ਆਪਾਂ ਕੀ ਕਹਾਂਗੇ? ਰੀਅਲ ਐਕਸਪੈਂਸ਼ਨ। ਦੇਖੋ, ਇਹਦੀ ਡੈਫੀਨੇਸ਼ਨ ਤਾਂ ਉਸੇ ਹਿਸਾਬ ਨਾਲ ਕਰਾਂਗੇ ਆਪਾਂ ਜਿਸ ਹਿਸਾਬ ਨਾਲ ਆਪਾਂ ਸੋਲਿਡਸ ਦੇ ਵਿੱਚ ਐਕਸਪੈਂਸ਼ਨ ਦੀ ਗੱਲ ਕੀਤੀ ਸੀ। 3 ਟਾਈਪ ਦੇ ਕੋਫੀਸ਼ੀਐਂਟ ਕੀਤੇ ਸੀ। ਉਹਦੇ ਵਿੱਚ ਆਪਾਂ ਇੱਕ ਲੀਨੀਅਰ ਕੋਫੀਸ਼ੀਐਂਟ, ਇੱਕ ਏਰੀਅਲ ਕੋਫੀਸ਼ੀਐਂਟ ਸਰਫੇਸ ਏਰੀਏ ਦੇ ਨਾਲ, ਫਿਰ ਇੱਕ ਵੋਲਿਊਮੈਟ੍ਰਿਕ ਕੋਫੀਸ਼ੀਐਂਟ ਆਪਾਂ ਕੀਤਾ ਸੀ। ਹੁਣ ਜਦੋਂ ਆਪਾਂ ਲਿਕੁਇਡ ਦੀ ਗੱਲ ਕਰਾਂਗੇ, ਲਿਕੁਇਡ ਦੇ ਵਿੱਚ ਆਪਾਂ ਲੈਂਥ ਤੇ ਏਰੀਆ ਥੋੜ੍ਹੀ ਲੈਂਦੇ ਹਾਂ, ਆਪਾਂ ਤਾਂ ਵੋਲਿਊਮ ਲੈਂਦੇ ਹਾਂ। ਅਤੇ ਇਹਦਾ ਮਤਲਬ ਇਹਦੇ ਵਿੱਚ ਵੀ ਆਪਾਂ ਵੋਲਿਊਮੈਟ੍ਰਿਕ ਐਕਸਪੈਂਸ਼ਨ ਇੱਕ ਹਿਸਾਬ ਨਾਲ ਲਵਾਂਗੇ। ਇਸ ਲਈ ਇਹਦੇ ਵਿੱਚ ਵੀ ਕੋਫੀਸ਼ੀਐਂਟ ਦੇਖੋ ਆਪਾਂ ਗਾਮਾ ਦੇ ਨਾਲ ਡਿਨੋਟ ਕੀਤਾ ਹੋਇਆ। ਤਾਂ ਕੋਫੀਸ਼ੀਐਂਟ ਆਫ ਰੀਅਲ ਐਕਸਪੈਂਸ਼ਨ ਆਫ ਅ ਲਿਕੁਇਡ ਐਜ਼ ਦੀ real increase in volume of the liquid per unit original volume per degree Celsius rise in temperature। सेम ही definition है जो ਆਪਾਂ solids expansion ਦੇ ਵਿੱਚ ਕੀਤੀ ਸੀ। ਹੁਣ ਜਦੋਂ apparent expansion ਦੀ ਗੱਲ ਕਰਾਂਗੇ ਤਾਂ ਆ ਜਾਊਗਾ apparent increase in volume per unit original volume per degree Celsius rise in temperature, it is denoted by gamma A। ਉਹ ਸੀ gamma R ਤੇ ਇਹ ਹੈ gamma A। गामा ए कादे इक्वल हो जाएगा? अपैरेंट इंक्रीज इन वॉल्यूम ओवर ओरिजिनल वॉल्यूम इनटू राइज इन टैंपरेचर, ठीक है। जे आप देखिए इनू भी आप किस दे नाल मेजर करांगे? पर डिग्री सैल्सियस दे विच ही मेजर किया जाऊगा, ठीक है। जिहड़ा रियल एक्सपेंशन है वो किहदे नालों ग्रेटर होएगा? अपैरेंट एक्सपेंशन दे नालों ज़्यादा होएगा, ठीक है। तो जे आप कहिए भी रियल एक्सपेंशन कादे इक्वल होएगी? अपैरेंट एक्सपेंशन प्लस गामा जी इज कोफिशिएंट ऑफ क्यूबिकल एक्सपेंशन ऑफ द मटीरियल। जिहड़ा मटीरियल आपां विच पाया दे विच आपां लिक्विड पाया, ओहदी भी एक्सपेंशन की होएगी नाल लिखी जाऊगी, क्योंकि आपां रियल एक्सपेंशन की कहा है जदों आपां वैसल दी एक्सपेंशन ना लईए, ठीक है। तां एक्सपेंशन ऑफ गैसेस, हुण जदों आपां गैसेस दी एक्सपेंशन की गल करिए ਤਾਂ ਆਰਡੀਨਰੀ ਟੈਂਪਰੇਚਰ ਤੇ ਜਿਹੜੀ ਗੈਸਿਸ ਨੇ ਐਕਸਪੈਂਡ ਕਰਦੀਆਂ ਨੇ ਸੋਲਿਡ ਤੇ ਲਿਕੁਇਡ ਦੇ ਨਾਲੋਂ ਜ਼ਿਆਦਾ, ਠੀਕ ਹੈ। ਤਾਂ ਹੁਣ ਇਹਦੇ ਵਿੱਚ ਦੇਖੀਏ, ਜੇ ਆਪਾਂ ਕੋਫੀਸ਼ੀਐਂਟ ਆਫ ਵੋਲਿਕ ਐਕਸਪੈਂਸ਼ਨ ਇਜ਼ ਰਿਲੇਟਿਵਲੀ ਇੰਡੀਪੈਂਡੈਂਟ ਆਫ ਟੈਂਪਰੇਚਰ ਫॉर ਸੋਲਿਡਸ ਐਂਡ ਲਿਕੁਇਡਸ, ਬਟ ਇਟ ਇਜ਼ ਡਿਪੈਂਡੈਂਟ ਔਨ ਦੀ ਟੈਂਪਰੇਚਰ ਫॉर ਗੈਸਿਸ ਐਜ਼ ਡਿਸਕਸ ਬਿਲੋ। ਜਿਹੜਾ ਵੋਲਿਊਮ ਦਾ ਕੋਫੀਸ਼ੀਐਂਟ ਆਪਾਂ ਐਕਸਪੈਂਸ਼ਨ ਕਰ ਰਹੇ ਹਾਂ, ਜਿਹੜਾ ਉਹ ਸੋਲਿਡ ਤੇ ਲਿਕੁਇਡ ਤੇ ਜ਼ਿਆਦਾ ਡਿਪੈਂਡ ਨਹੀਂ ਕਰਦਾ, ਹੈ ਨਾ, ਟੈਂਪਰੇਚਰ ਤੇ ਉਹ ਜ਼ਿਆਦਾ ਡਿਪੈਂਡ ਨਹੀਂ ਕਰਦੇ। ਬਟ ਆਪਾਂ ਦੇਖਾਂਗੇ ਟੈਂਪਰੇਚਰ ਗੈਸਿਸ ਦੇ ਕੇਸ ਦੇ ਵਿੱਚ ਬੜਾ ਇਫੈਕਟ ਕਰਦਾ ਹੈ ਵੋਲਿਊਮ ਐਕਸਪੈਂਸ਼ਨ ਤੇ, ਠੀਕ ਹੈ। ਤਾਂ ਆਈਡੀਅਲ ਗੈਸ ਇਕੁਏਸ਼ਨ ਲੈ ਲਈ ਆਪਾਂ, PV = nRT ਐਟ ਕੌਨਸਟੈਂਟ ਪ੍ਰੈਸ਼ਰ, ਚੇਂਜ ਇਨ ਵੋਲਿਊਮ ਫॉर द ਚੇਂਜ ਇਨ ਟੈਂਪਰੇਚਰ ਆਪਾਂ ਕੀ ਲਿਖ ਸਕਦੇ ਹਾਂ? P delta V = nR delta T। P ਕੌਨਸਟੈਂਟ ਲਿੱਤਾ ਇਸ ਲਈ P ਐਜ਼ ਇਟ ਇਜ਼ ਰਹਿ ਜਾਏਗਾ। ਇਹ ਇਕੁਏਸ਼ਨ 2 ਹੈ, ਇਕੁਏਸ਼ਨ 1 ਹੈ। दोनों ਨੂੰ डिवाइड करता आपस ਦੇ ਵਿੱਚ, डेल्टा T/T आ गया, R कट गया, N कट गया, P कट गया, डेल्टा V/V, ठीक है। तो ये 1/T अगर जे आप कढ़ना चाहिए किमें निकलू? डेल्टा T इधर चल जाऊगा, तो की आ गया डेल्टा V/V/डेल्टा T। तो ये की है? चेंज इन वॉल्यूम ओवर ओरिजिनल वॉल्यूम ओवर चेंज इन टैंपरेचर। ये कोफिशिएंट किहड़ा हुंदा वॉल्यूम का? उन्होंने डिनोट करता गामा के नाल। ਇਹਦਾ ਮਤਲਬ ਗਾਮਾ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਟੀ। ਤਾਂ ਇਹਦਾ ਮਤਲਬ ਕੋਫੀਸ਼ੀਐਂਟ ਆਫ ਐਜ਼ ਦ ਟੀ ਇਨਕਰੀਜ਼ਿਜ਼ ਦ ਵੈਲਿਊ ਆਫ ਕੋਫੀਸ਼ੀਐਂਟ ਆਫ ਵੋਲਿਊਮ ਐਕਸਪੈਂਸ਼ਨ ਡਿਕਰੀਜ਼ਿਜ਼ ਐਂਡ ਵਾਈਸੇ ਵਰਸਾ, ਠੀਕ ਹੈ। ਤਾਂ ਟੀ ਤੇ ਗਾਮਾ ਫॉर ਗੈਸਿਸ ਕੀ ਹੁੰਦੇ ਨੇ? ਇਨਵਰਸਲੀ ਪ੍ਰੋਪੋਰਸ਼ਨਲ ਹੁੰਦੇ ਨੇ। ਜਿਵੇਂ ਜਿਵੇਂ ਟੀ ਵਧੂਗਾ ਉਵੇਂ ਉਵੇਂ ਗਾਮਾ ਦੀ ਵੈਲਿਊ ਕੀ ਹੋਏਗੀ? ਡਿਕਰੀਜ਼ ਕਰੇਗੀ। ਇਜ਼ ਇਟ ਕਲੀਅਰ? ਨੈਕਸਟ ਟॉपिक है अनोमलस एक्सपेंशन ऑफ वाटर। ये ना बस अंडरस्टैंडिंग होनी चाहिए इस टॉपिक की कि डिफरेंट बिहेवियर क्यों है वाटर का जो वो एक्सपैंड करता है ना।
ਤਾਂ ਜਿਹੜੇ ਕਹਿੰਦੇ ਲਿਕੁਇਡ ਹੈ ਐਕਸਪੈਂਡ ਕਰਦੇ ਆ ਔਨ ਹੀਟਿੰਗ ਤੇ ਕੰਟਰੈਕਟ ਕਰਦੇ ਆ ਔਨ ਕੂਲਿੰਗ। ਬਟ ਵਾਟਰ ਦਾ ਡਿਫਰੈਂਟ ਬਿਹੇਵੀਅਰ ਓਬਜ਼ਰਵ ਕੀਤਾ ਗਿਆ। ਤਾਂ ਜਦੋਂ ਕਿਸੇ ਗਿਵਨ ਕੁਆਂਟਿਟੀ ਆਫ ਵਾਟਰ ਨੂੰ ਕੂਲ ਕੀਤਾ ਜਾਂਦਾ ਹੈ ਤਾਂ ਉਹ ਕੰਟਰੈਕਟ ਕਰੂਗਾ ਤਾਂ ਉਹਦਾ ਵੋਲਿਊਮ ਡਿਕਰੀਜ਼ ਕਰੂਗਾ। ਵੋਲਿਊਮ ਡਿਕਰੀਜ਼ ਕਰੂਗਾ ਤਾਂ ਡੈਂਸਿਟੀ ਕੀ ਹੁੰਦੀ ਹੈ ਰਾਜੇ, ਇਨਕਰੀਜ਼ ਕਰਦੀ ਹੈ। ਡੈਂਸਿਟੀ ਦਾ ਕੀ ਫਾਰਮੂਲਾ ਹੁੰਦਾ, ਮਾਸ ਅਪੋਨ ਵੋਲਿਊਮ। ਜੇ ਵੋਲਿਊਮ ਡਿਕਰੀਜ਼ ਕਰੂਗਾ ਤਾਂ ਡੈਂਸਿਟੀ ਕੀ ਕਰਦੀ ਹੈ, ਇਨਕਰੀਜ਼ ਕਰਦੀ ਹੈ। ਬਟ ਇਹ ਕਹਿੰਦੇ ਸਿਰਫ ਕਦੋਂ ਤੱਕ ਡੈਂਸਿਟੀ ਇਨਕਰੀਜ਼ ਕਰਦੀ ਹੈ, 4 ਡਿਗਰੀ ਤੱਕ। ਉਦੋਂ ਬਾਅਦ ਕੀ ਹੋ ਜਾਂਦਾ ਹੈ, ਫਰਦਰ ਜਦੋਂ ਦੇਖਦੇ ਹਾਂ ਟੈਂਪਰੇਚਰ ਹੋਰ ਡਿਕਰੀਜ਼ ਕਰਾਂਗੇ ਤਾਂ ਹੋਰ ਕੰਟਰੈਕਟ ਕਰਨਾ ਚਾਹੀਦਾ, ਵੋਲਿਊਮ ਹੋਰ ਡਿਕਰੀਜ਼ ਕਰਨਾ ਚਾਹੀਦਾ, ਡੈਂਸਿਟੀ ਹੋਰ ਵਧਣੀ ਚਾਹੀਦੀ ਹੈ, ਪਰ ਨਹੀਂ। ਫਿਰ ਕੀ ਹੋ ਜਾਂਦਾ, ਵੋਲਿਊਮ ਸਟਾਰਟ ਕਰ ਜਾਂਦਾ ਇਨਕਰੀਜ਼ ਕਰਨਾ ਤੇ ਡੈਂਸਿਟੀ ਗੋਜ਼ ਔਨ ਡਿਕਰੀਜ਼ਿੰਗ। ਤਾਂ ਰਾਜੇ ਇਹਨੂੰ ਹੀ ਆਪਾਂ ਕੀ ਕਹਿੰਦੇ ਆ, ਅਨੋਮਲਸ ਬਿਹੇਵੀਅਰ। ਤਾਂ ਪਹਿਲਾਂ ਡੈਂਸਿਟੀ ਵੱਧਦੀ 4 ਡਿਗਰੀ ਸੈਲਸੀਅਸ ਤੱਕ, ਫਿਰ ਉਸ ਤੋਂ ਬਾਅਦ ਫਿਰ ਡੈਂਸਿਟੀ ਕੀ ਕਰਨ ਲੱਗ ਗਈ, ਘਟਣ ਲੱਗ ਗਈ। ਤਾਂ ਇਹਦਾ ਮਤਲਬ ਵਾਟਰ ਦੀ ਮੈਕਸਿਮਮ ਡੈਂਸਿਟੀ ਕਾਹਦੇ ਤੇ ਹੁੰਦੀ ਹੈ ਰਾਜੇ, 4 ਡਿਗਰੀ ਸੈਲਸੀਅਸ ਤੇ ਹੁੰਦੀ ਹੈ। ਠੀਕ ਹੈ, ਉਦੋਂ ਬਾਅਦ ਉਹਦੀ ਡੈਂਸਿਟੀ ਫੇਰ ਕੀ ਕਰਨ ਲੱਗ ਜਾਂਦੀ ਹੈ, ਡਿਕਰੀਜ਼ ਕਰਨ ਲੱਗ ਜਾਂਦੀ ਹੈ। ਤਾਂ ਹੁਣ ਜੇ ਆਪਾਂ ਦੇਖੀਏ ਹੁਣ ਇਹਦਾ ਕਾਰਨ ਕੀ ਹੈ, ਇਟਸ ਨਾਟ ਕਲੀਅਰ, ਤਾਂ ਹੀ ਆਪਾਂ ਡਿਫਰੈਂਟ ਬਿਹੇਵੀਅਰ ਕਹਿ ਰਹੇ ਹਾਂ ਆਪਾਂ ਉਹਦਾ, ਹੈ ਨਾ। ਬਟ ਹੁਣ ਇਹਦੀ ਇੰਪੋਰਟੈਂਸ ਕੀ ਹੈ, ਹੁਣ ਰਾਜੇ ਕਹਿੰਦੇ ਜਿਹੜੀਆਂ ਲਾਈਵਸ ਆਫ ਫਿਸ਼ਿਜ਼ ਐਂਡ ਐਕੁਆਟਿਕ ਐਨੀਮਲਸ ਆਰ ਪ੍ਰੀਜ਼ਰਵਡ as at 4 degree Celsius, water will have maximum density and only upper layer will freeze। ਜਿਵੇਂ ਰਾਜੇ ਆਪਾਂ ਹੁਣ ਲੈ ਲਈਏ, ਮੰਨ ਲਓ ਇਹ ਸਮੁੰਦਰ ਦੀ ਗੱਲ ਹੋ ਰਹੀ ਹੈ ਨਾ, ਜਦੋਂ ਉਹਦੀ ਲੇਅਰਸ ਇੱਦਾਂ ਕਰਕੇ ਕੂਲਿੰਗ ਹੋ ਰਹੀ ਹੈ, ਆਪਾਂ ਸਰਦੀਆਂ ਦਾ ਮੌਸਮ ਲੈ ਲਿਆ ਹੈ ਨਾ, 4 ਡਿਗਰੀ ਸੈਲਸੀਅਸ ਤੱਕ ਆਹ ਉੱਪਰਲੀ ਲੇਅਰ ਦੀ ਡੈਂਸਿਟੀ ਕੀ ਹੋ ਜੂਗੀ, ਮੈਕਸਿਮਮ ਡੈਂਸਿਟੀ ਮੈਕਸਿਮਮ ਹੋ ਜੂਗੀ, ਭਾਰੀ ਹੋ ਜੂਗੀ। ਤਾਂ ਆਹ ਚੀਜ਼ ਕੀ ਹੋ ਜੂਗੀ, ਥੱਲੇ ਆ ਜੂਗੀ। ਤਾਂ ਥੱਲੇ ਵਾਲਾ ਪਾਣੀ ਕੀ ਹੋਊਗਾ, ਉੱਪਰ ਜਾਈ ਜਾਊਗਾ। ਆਈ ਹੋਈ ਜਾਊਗਾ ਰਾਜੇ, ਡੈਂਸਿਟੀ ਮੈਕਸਿਮਮ ਹੋਈ ਜਾਊਗੀ, ਫਰੀਜ਼ ਨਹੀਂ ਕਰੂਗਾ। 4 ਡਿਗਰੀ ਸੈਲਸੀਅਸ ਤੇ ਫਰੀਜ਼ ਥੋੜੀ ਕਰਦਾ, 0 ਡਿਗਰੀ ਤੇ ਕਰਦਾ। ਤਾਂ ਐਂ ਉੱਪਰਲੀ ਲੇਅਰ 4 ਡਿਗਰੀ ਸੈਲਸੀਅਸ ਤੇ ਮੈਕਸਿਮਮ ਡੈਂਸਿਟੀ ਹੋਈ ਜਾਊ, ਥੱਲੇ ਆਈ ਜਾਊ। ਤਾਂ ਜਦੋਂ ਹੁਣ ਮੰਨ ਲਓ ਲਾਸਟ ਲੇਅਰ ਪਾਣੀ ਦੀ ਉੱਪਰ ਜਾ ਰਹੀ ਹੈ ਨਾ, ਤਾਂ ਉੱਪਰਲੀ ਲੇਅਰ ਹੁਣ 4 ਡਿਗਰੀ ਸੈਲਸੀਅਸ ਤੇ ਆ ਗਈ, ਡੈਂਸਿਟੀ ਮੈਕਸਿਮਮ ਹੋ ਗਈ। ਬਟ ਥੱਲੇ ਤਾਂ ਸਾਰਿਆਂ ਦੀ 4 ਡਿਗਰੀ ਹੋ ਗਈ, ਹੁਣ ਇਹ ਥੱਲੇ ਨੂੰ ਥੋੜੀ ਜਾਊਗੀ। ਤਾਂ ਉੱਪਰਲੀ ਲੇਅਰ ਕੀ ਰਹੂਗੀ ਰਾਜੇ, ਐਜ਼ ਇਟ ਇਜ਼ ਉੱਪਰ ਰਹੂਗੀ। ਪਰ ਟੈਂਪਰੇਚਰ ਤਾਂ ਘੱਟ ਹੀ ਸਕਦਾ ਉਹਦਾ, ਹੈ ਨਾ। ਫਿਰ ਉਹ ਕਿੰਨਾ ਹੋ ਜਾਊਗਾ ਰਾਜੇ ਉਹਦਾ, ਫਿਰ ਟੈਂਪਰੇਚਰ 0 ਡਿਗਰੀ ਹੋ ਗਿਆ, ਫਿਰ ਡੈਂਸਿਟੀ ਕੀ ਕਰ ਜੂਗੀ, ਡਿਕਰੀਜ਼ ਹੋਊਗੀ। ਅਤੇ ਉਹ ਜਿਹੜੀ ਹਲਕੀ ਹੋਣ ਕਰਕੇ ਉੱਪਰਲੀ ਲੇਅਰ ਕੀ ਰਹੂਗੀ, ਉੱਪਰ ਹੀ ਰਹੂਗੀ। ਬਟ ਉਹ ਕੀ ਹੋ ਜੂਗੀ ਰਾਜੇ, ਆਈਸ ਦੀ, ਇਹਦਾ ਮਤਲਬ ਉਹ ਫਰੀਜ਼ ਕਰ ਜੂਗੀ, ਹੈ ਨਾ। ਤਾਂ ਜਦੋਂ ਆਪਾਂ ਵੀ ਦੇਖਦੇ ਹਾਂ, ਆਪਾਂ ਟੀ ਵੀ ਦੇ ਵਿੱਚ ਵੀ ਦੇਖਦੇ ਹਾਂ ਵੀ ਸਿਰਫ ਉੱਪਰਲੀ ਲੇਅਰ ਫਰੀਜ਼ ਕੀਤੀ ਹੁੰਦੀ ਹੈ, ਨੀਚੇ ਵਾਲੀ ਲੇਅਰ ਫਰੀਜ਼ ਨਹੀਂ ਹੋਈ ਹੁੰਦੀ। ਨੀਚੇ ਤਾਂ ਕੀ ਹੁੰਦਾ ਰਾਜੇ, ਲਿਕੁਇਡ ਹੀ ਹੁੰਦਾ, ਪਾਣੀ ਹੀ ਹੁੰਦਾ, ਹੈ ਨਾ। ਪਾਣੀ ਹੋਊਗਾ, ਇਸੇ ਲਈ ਤਾਂ ਫਿਸ਼ਿਜ਼ ਤੇ ਜਿਹੜੇ ਵੀ ਐਕੁਆਟਿਕ ਐਨੀਮਲ ਹੈ ਉਹ ਜਿਉਂਦੇ ਰਹਿਣਗੇ। ਜੇ ਥੱਲੇ ਵੀ ਸਾਰੀ ਆਈਸ ਜੰਮ ਜਾਂਦੀ, ਫਿਰ ਤਾਂ ਉਹ ਜਿਹੜੀਆਂ ਵੀ ਲਾਈਵਸ ਨੇ, ਹੈ ਨਾ, ਫਿਸ਼ਿਜ਼ ਹੈ, ਐਕੁਆਟਿਕ ਐਨੀਮਲ ਹੈ, ਉਹ ਵੀ ਸਾਰੇ ਜੰਮ ਜਾਂਦੇ, ਫਿਰ ਤਾਂ ਉਹ ਜਿਉਂਦੇ ਹੀ ਨਾ ਰਹਿੰਦੇ। ਠੀਕ ਹੈ, ਤਾਂ ਇਹਦਾ ਮਤਲਬ 4 ਡਿਗਰੀ ਸੈਲਸੀਅਸ ਤੇ ਮੈਕਸਿਮਮ ਡੈਂਸਿਟੀ ਇਹ ਬੈਨੀਫਿਟ ਕਰਦੀ ਹੈ ਵੀ ਜਿਹੜੀਆਂ ਉਹਦੀਆਂ ਲਾਈਵਸ ਨੇ ਉਹ ਜਿਉਂਦੇ ਰਹਿੰਦੇ ਨੇ, ਜਿੰਨੇ ਵੀ ਫਿਸ਼ਿਜ਼ ਜਾਂ ਐਕੁਆਟਿਕ ਐਨੀਮਲ ਹੈ। ਹੁਣ ਨੈਕਸਟ ਹੈ ਕੈਲੋਰੀਮੀਟਰੀ, ਪ੍ਰਿੰਸੀਪਲ ਆਫ ਕੈਲੋਰੀਮੀਟਰੀ। ਹੁਣ ਅਜੇ ਕੀ ਹੈ, ਇਫ ਵੀ ਅਸਿਊਮ ਦੈਟ ਨੋ ਹੀਟ ਇਜ਼ ਲੋਸਟ ਟੂ ਦੀ ਸਰਾਊਂਡਿੰਗ ਔਰ ਬਾਏ ਐਨੀ ਅਦਰ ਪ੍ਰੋਸੈਸ, ਵੀ ਮੰਨ ਲਓ ਕੋਈ ਵੀ ਜਿਹੜੀ ਹੀਟ ਹੈ ਉਹ ਸਰਾਊਂਡਿੰਗ ਨੂੰ ਲੋਸ ਨਹੀਂ ਹੋਈ, ਦੈਨ ਹੁਣ ਆਪਾਂ ਨਾ ਇੱਕ ਇੱਦਾਂ ਵੈਸਲ ਲੈ ਲਿਆ, ਇਹਦੇ ਵਿੱਚ ਨਾ ਇੱਥੇ ਆਈਸ ਪਾ ਲਈ। ਠੀਕ ਹੈ, ਇੱਥੇ ਆਪਾਂ ਇੱਦਾਂ ਇੱਕ ਕੈਲੋਰੀਮੀਟਰ ਲੈ ਲਿਆ ਰਾਜੇ। ਕੈਲੋਰੀਮੀਟਰ ਨਾ ਇੱਕ ਇੱਦਾਂ ਭਾਂਡਾ ਹੁੰਦਾ ਤਾਂਬੇ ਦਾ, ਹੈ ਨਾ, ਕਾਪਰ ਦਾ ਭਾਂਡਾ ਹੁੰਦਾ, ਅਤੇ ਇਹ ਇੱਦਾਂ ਆਪਾਂ ਲੈ ਲਿਆ। ਇਹਦੇ ਵਿੱਚ ਮੰਨ ਲਓ ਆਪਾਂ ਜਿਹੜਾ ਪਾਣੀ ਹੈ ਉਹ ਹੀਟ ਕਰਕੇ ਪਾਤਾ, ਹੀਟ ਕਰਕੇ ਪਾਤਾ, ਅਤੇ ਇੱਥੇ ਇੱਕ ਥਰਮਾਮੀਟਰ ਦਾ ਐਂ ਉੱਪਰੋਂ ਵੀ ਬੰਦ ਹੁੰਦਾ, ਅਤੇ ਇਹਦੇ ਵਿੱਚ ਇੱਕ ਥਰਮਾਮੀਟਰ ਦਾ ਇਨਲੈਟ ਜਿਹਾ ਹੁੰਦਾ। ਠੀਕ ਹੈ, ਤਾਂ ਜਦੋਂ ਆਪਾਂ ਦੇਖਾਂਗੇ ਵੀ ਹੌਲੀ ਹੌਲੀ ਇਹਦਾ ਟੈਂਪਰੇਚਰ, ਕਿਉਂਕਿ ਓਬਵੀਅਸਲੀ ਰਾਜੇ ਇਹ ਆਈਸ ਅਤੇ ਇਹ ਹੀਟਡ ਟੈਂਪਰੇਚਰ ਹੈ, ਇਹ ਆਪਸ ਦੇ ਵਿੱਚ ਕੀ ਕਰਨਗੇ, ਹੀਟ ਐਕਸਚੇਂਜ ਕਰਨਗੇ। ਤਾਂ ਇਹਦਾ ਥਰਮਾਮੀਟਰ ਤੋਂ ਆਪਾਂ ਟੈਂਪਰੇਚਰ ਕੀ ਕਰ ਸਕਦੇ ਹਾਂ, ਨੋਟ ਕਰ ਸਕਦੇ ਹਾਂ। ਤਾਂ ਆਪਾਂ ਇਹ ਦੇਖਾਂਗੇ ਵੀ ਜਿਹੜਾ ਹੀਟ ਲੋਸਟ ਬਾਏ ਹੌਟ ਬਾਡੀ ਹੈ ਉਹ ਕਾਹਦੇ ਇਕੁਅਲ ਹੋਊਗੀ, ਜਿੰਨੀ ਇਸ ਕੋਲਡ ਬਾਡੀ ਨੇ ਹੀਟ ਗੇਨ ਕੀਤੀ। ਅਤੇ ਆਪਾਂ ਕੀ ਕੀਤਾ ਵੀ ਇਹਨੂੰ ਵੈਸਲ ਦੇ ਵਿੱਚ ਇੱਦਾਂ ਦਾ ਲਿੱਤਾ ਸੀ ਤਾਂ ਕਿ ਇਹ ਬਾਹਰ ਸਰਾਊਂਡਿੰਗ ਦੇ ਵਿੱਚ
ਹੀਟ ਨੂੰ ਲੋਸ ਨਾ ਕਰਨ, ਸਿਰਫ ਆਪਸ ਦੇ ਵਿੱਚ ਹੀ ਹੀਟ ਐਕਸਚੇਂਜ ਕਰਨ। ਤਾਂ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਕੈਲੋਰੀਮੀਟਰੀ ਕੀ ਹੋਊਗਾ, ਹੀਟ ਲॉस्ट इज इक्वल्स टू हीट गेन। ठीक है, प्रिंसिपल ऑफ कैलोरीमेट्री ये है कि जिन्नी हीट लॉस करेगा कोई हॉट बॉडी कादे बराबर होएगी, हीट गेन्ड बाय कोल्ड बॉडी। ठीक है, हुण राजे फ्यू डेफिनेशंस आपां करनियां ने हीट रिलेटेड। तो सब तो पहला है स्पैसिफिक हीट, या उन्होंने कहते हैं स्पैसिफिक हीट कैपेसिटी। It is defined as amount of heat required to raise the temperature of unit mass of substance through 1 degree Celsius. It is denoted by C, small c ਲੈਣੀ ਆਪਾਂ। ठीक है, तो की है किसी भी सबसटेंस का ਆਪਾਂ ने temperature raise करना है 1 डिग्री सैल्सीਅਸ ਤੇ, ਉਹਦਾ ਮਾਸ ਕੀ ਲਿੱਤਾ ਆਪਾਂ यूनिट मास। ਤਾਂ ਉਹਨੂੰ ਜਦੋਂ ਆਪਾਂ ਟੈਂਪਰੇਚਰ ਵਧਾਉਣਾ ਹੈ, ਜਿੰਨੀ ਹੀਟ ਰਿਕੁਆਇਰਡ ਹੋਊਗੀ ਉਹਨੂੰ ਆਪਾਂ ਕੀ ਕਹਿੰਦੇ ਆ, स्पैसिफिक हीट या स्पैसिफिक हीट कैपेसिटी। या इनू जे SI दे विच डिफाइन करना चाहिए तो स्पैसिफिक हीट ऑफ अ मटीरियल इज डिफाइंड एज अमाउंट ऑफ हीट रिक्वायर्ड टू रेज द टेंपरेचर ऑफ 1 kg ऑफ सबसटेंस थ्रू 1 केल्विन। ठीक है, इनू लिखते किवें आ रजे, स्पैसिफिक हीट कैपेसिटी इज इक्वल्स टू अमाउंट ऑफ हीट रिक्वायर्ड बाय यूनिट मास बाय पर डिग्री राइज इन ਟੈਂਪਰੇਚਰ। ਤਾਂ ਡੈਲਟਾ ਟੀ ਲੈ ਲਿਆ ਆਪਾਂ। ਠੀਕ ਹੈ, ਤਾਂ ਇੱਥੋਂ ਡੈਲਟਾ ਕਿਊ ਆਪਾਂ ਕੱਢ ਸਕਦੇ ਹਾਂ CM ਡੈਲਟਾ ਟੀ। ਇਹਦੇ ਤੋਂ ਸਪੈਸੀਫਿਕ ਹੀਟ ਕੈਪੈਸਿਟੀ ਦੀ ਡੈਫੀਨੇਸ਼ਨ ਕਿੰਨੀ ਆ, ਸੌਰੀ ਯੂਨਿਟ ਕਿੰਨੀ ਆਊਗੀ ਰਾਜੇ, ਹੀਟ ਦੀ ਜੂਲ ਆ ਜਾਏਗੀ, ਮਾਸ ਦੀ kg ਆ ਜਾਏਗੀ ਤੇ ਟੈਂਪਰੇਚਰ ਦੀ ਕੈਲਵਿਨ। ਤਾਂ ਜੂਲ ਪਰ kg ਪਰ ਕੈਲਵਿਨ। ਜਾਂ ਆਪਾਂ ਜੇ CGS ਦੇ ਵਿੱਚ ਦੇਖੀਏ ਫਿਰ ਕੀ ਆ ਜਾਊਗਾ, ਕੈਲਰੀ ਪਰ ਗ੍ਰਾਮ ਪਰ ਡਿਗਰੀ ਸੈਲਸੀਅਸ। ਠੀਕ ਹੈ, दिस इज कॉल्ड स्पैसिफिक हीट कैपेसिटी। हुण इहदे तो ही आपां लै रहे हैं मोलर स्पैसिफिक हीट। तो इट इज़ डिफाइंड एज अमाउंट ऑफ हीट रिक्वायर्ड टू रेज द टेंपरेचर ऑफ 1 मोल ऑफ सबसटेंस। क्योंकि मोलर है ना, उहदे तो आ चुका है, मतलब सबसटेंस का मास आपां कितना लिता है, 1 मोल लिता है थ्रू 1 केल्विन। डिनोट इनू भी करना है, इनू कैपिटल C दे नाल करना है। तो कैपिटल C इज इक्वल्स टू डेल्टा Q ओवर म्यू डेल्टा T, where mu is molar mass। ठीक है, तो हुण एक चीज़ याद रखनी है, स्पैसिफिक हीट कैपेसिटी ऑफ वाटर इज मैक्सिमम। ठीक है, तो यदा मतलब इनू जिवें आपां समुंदर लै लईए राजे, समुंदर दे आपां बीच ते खड़े आ मान लो, है ना, समुंदर दे किनारे ते रेत हुंदी है ना। जदों आपां कह रहे हैं दिन दा मौसम है, दोपहर है, तो रेते ते चलना बड़ा मुश्किल है। ठीक है, बट जे आप समुंदर दे विच जा रहे हैं, पैर डिप करिए तो उत्थे पैर डिप करने औखे नहीं लगणगे, है ना। तो इहदा मतलब सेम अमाउंट ऑफ हीट सूरज तो आ रही सी, बट जिहड़ी रेत है वो ज़्यादा गर्म होगी, बट ਜਿਹੜਾ ਪਾਣੀ ਸੀ ਉਹ ਜ਼ਿਆਦਾ ਗਰਮ ਉਨੀ ਕੁ ਅਮਾਊਂਟ ਦੇ ਵਿੱਚ, ਉਨੀ ਅਮਾਊਂਟ ਆਫ ਹੀਟ ਦੇ ਵਿੱਚ ਨਹੀਂ ਹੋਇਆ। ਤਾਂ ਇਹਦਾ ਮਤਲਬ ਸੇਮ ਟੈਂਪਰੇਚਰ ਜੇ ਆਪਾਂ ਰਾਈਜ਼ ਕਰਨਾ ਹੈ ਤਾਂ ਵਾਟਰ ਨੂੰ ਜ਼ਿਆਦਾ ਆਪਾਂ ਨੂੰ ਹੀਟ ਦੇਣੀ ਪਏਗੀ। ਠੀਕ ਹੈ, ਤਾਂ ਇਸ ਲਈ ਉਹਦੀ ਸਪੈਸੀਫਿਕ ਹੀਟ ਕੈਪੈਸਿਟੀ ਪਾਣੀ ਦੀ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਤਾਂ ਇਹਦਾ ਮਤਲਬ ਜਾਂ ਪਾਣੀ ਛੇਤੀ ਛੇਤੀ ਗਰਮ ਵੀ ਨਹੀਂ ਹੁੰਦਾ ਤੇ ਛੇਤੀ ਛੇਤੀ ਠੰਡਾ ਵੀ ਨਹੀਂ ਹੁੰਦਾ। ठीक है, हुण तुसीं जिवें आप बीच की एग्जाम्पल दित्ती है, शाम नूं लै लो, शाम नूं तां रेत ते चलना सौखा हो जाता है ना, बट हुण रेत तो चल के आप पानी दे विच जावांगे तो आपां नूं पानी हुण गर्म लगूगा, है ना, कोसा लग सकता है या कोसा लगूगा। ਇਹਦਾ मतलब रेते ने तो बहुत छेती हीट अपनी छड्डती हुण, है ना, लूज करती, बट वाटर ने अपनी हीट इन्नी छेती लूज नहीं की। तो स्पैसीफिक हीट कैपेसिटी ऑफ वाटर इज मैक्सीमम का की मतलब है कि यह छेती छेती ना तो गर्म होवे ते छेती छेती यह ना ठंडा होवे। क्लीयर। हुण नैक्सट आप डेफिनेशन करनी है थर्मल कैपेसिटी। इट इज़ डिफाइंड एज अमाउंट ऑफ हीट रिक्वायर्ड टू रेज इट्स टैंपरेचर थ्रू 1 केल्विन। ਇਹਦਾ मतलब हुण ਆਪਾਂ मास की गल नहीं कर रहे, तो थर्मल कैपेसिटी काहदे बराबर होगी, डेल्टा Q बाय डेल्टा T। जे आप इनू स्पैसीफिक हीट कैपेसिटी के नाल डिनोट करिए, C आपां की कीता सी डेल्टा Q ओवर M डेल्टा T। तो डेल्टा Q बाय डेल्टा T की है थर्मल कैपेसिटी, तो इसका मतलब C की वैल्यू कितनी आ गई, थर्मल कैपेसिटी ओवर M। क्लीयर। या थर्मल कैपेसिटी इत्थों कितनी आ जाऊगी, M C के बराबर आ जाऊगी। क्लीयर।
ਹੁਣ ਨੈਕਸਟ ਥੋੜੀ ਜਿਹੀ ਡੈਫੀਨੇਸ਼ਨ ਚੇਂਜ ਹੋਏਗੀ ਰਾਜੇ, ਨਵੀਂ ਡੈਫੀਨੇਸ਼ਨ ਕਰਨ ਲੱਗਿਆ ਲੇਟੈਂਟ ਹੀਟ। ਹੁਣ ਰਾਜੇ ਇੱਕ ਚੀਜ਼ ਦਾ ਧਿਆਨ ਰੱਖੋ, ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ। ਮੰਨ ਲਓ ਆਪਾਂ ਇੱਥੇ ਕਿਸੇ ਵੈਸਲ ਦੇ ਵਿੱਚ ਇੱਦਾਂ ਆਈਸ ਲੈ ਲਈ, ਠੀਕ ਹੈ। ਮੰਨ ਲਓ ਇਹ 4 ਡਿਗਰੀ 5 ਡਿਗਰੀ -4 ਡਿਗਰੀ -5 ਡਿਗਰੀ ਦੇ ਵਿੱਚ ਸੀ, ਹੈ ਨਾ। ਨੀਚੋਂ ਆਪਾਂ ਨਾ ਇਹਨੂੰ ਹੀਟ ਕਰਨ ਲੱਗ ਗਏ ਤੇ ਇੱਥੇ ਆਪਾਂ ਲਗਾ ਲਿਆ ਥਰਮਾਮੀਟਰ, ਤਾਂ ਕੀ ਹੋਊਗਾ, ਇਹ ਹੀਟ ਗੇਨ ਕਰੂਗਾ, ਹੈ ਨਾ। ਤਾਂ ਆਪਾਂ ਦੇਖਾਂਗੇ ਪਹਿਲਾਂ ਇਹ ਮੰਨ ਲਓ -5 ਡਿਗਰੀ ਤੇ ਸੀ, ਪਹਿਲਾਂ ਜਦੋਂ 0 ਡਿਗਰੀ ਤੇ ਆਇਆ ਨਾ ਥਰਮਾਮੀਟਰ ਦੀ ਵੈਲਿਊ 0 ਡਿਗਰੀ ਤੇ, ਇਹਨੂੰ ਹੀਟ ਤਾਂ ਕਰ ਰਹੇ ਹਾਂ ਤੇ ਇਹ ਜਿਹੜਾ ਆਈਸ ਹੈ ਮੈਲਟ ਵੀ ਕਰ ਰਹੀ ਹੈ, ਲਿਕੁਇਡ ਦੇ ਵਿੱਚ ਵੀ ਬਦਲ ਰਹੀ ਹੈ, ਪਰ ਟੈਂਪਰੇਚਰ ਹਲੇ ਥੋੜੀ ਦੇਰ ਕੀ ਰਹੂਗਾ, 0 ਡਿਗਰੀ ਰਹੂਗਾ, ਹੈ ਨਾ। ਇਹਦਾ ਮਤਲਬ ਉਹਦੀ ਸਟੇਟ ਤਾਂ ਬਦਲ ਰਹੀ ਹੈ ਨਾ। ਸਟੇਟ ਪਹਿਲਾਂ ਸੋਲਿਡ ਸੀ, ਹੁਣ ਸਟੇਟ ਕੀ ਹੋ ਰਹੀ ਹੈ, ਲਿਕੁਇਡ। ਸਟੇਟ ਤਾਂ ਚੇਂਜ ਹੋ ਰਹੀ ਹੈ ਬਟ ਜਿਹੜੀ ਉੱਥੇ ਟੈਂਪਰੇਚਰ ਹੈ ਉਹ ਚੇਂਜ ਨਹੀਂ ਹੋ ਰਿਹਾ। ਤਾਂ ਜਿਹੜੀ ਆਪਾਂ ਇਹਦਾ ਮਤਲਬ ਉਹ ਹੀਟ ਦਿੱਤੀ ਉਹ ਕਿੱਥੇ ਯੂਜ਼ ਹੋ ਗਈ, ਉਹ ਹੀਟ ਯੂਜ਼ ਹੋਈ ਉਹਦੀ ਸਟੇਟ ਬਦਲਣ ਵਾਸਤੇ, ਠੀਕ ਹੈ। ਤਾਂ ਜਿਹੜੀ ਹੀਟ ਸਟੇਟ ਚੇਂਜ ਕਰਨ ਵਾਸਤੇ ਯੂਜ਼ ਹੋਵੇ ਉਹਨੂੰ ਆਪਾਂ ਵਰਡ ਬੋਲਦੇ ਹਾਂ ਲੇਟੈਂਟ ਹੀਟ। ਹੁਣ ਦੇਖੋ ਆਪਾਂ ਹੀਟ ਦੇ ਰਹੇ ਹਾਂ, ਇਹ ਆਈਸ ਸਾਰੀ ਮੈਲਟ ਕਰ ਗਈ। ਜਦੋਂ ਮੈਲਟ ਕਰ ਗਈ ਉਸ ਤੋਂ ਬਾਅਦ ਇਹ ਟੈਂਪਰੇਚਰ ਕੀ ਹੋ ਜਾਊਗਾ, ਰਾਈਜ਼ ਕਰਨਾ ਸਟਾਰਟ ਹੋ ਜਾਊ। ਜਦੋਂ ਇਹ ਟੈਂਪਰੇਚਰ 100 ਡਿਗਰੀ ਸੈਲਸੀਅਸ ਤੇ ਪਹੁੰਚਿਆ ਫਿਰ ਆਪਾਂ ਦੇਖਾਂਗੇ ਇਹ ਲਿਕੁਇਡ ਬਣ ਗਿਆ ਹੋਊਗਾ ਉਦੋਂ ਤੱਕ ਤਾਂ ਸਾਰਾ। ਉਸ ਤੋਂ ਬਾਅਦ ਇਹ ਕੀ ਬਣਨ ਲੱਗੂਗਾ ਰਾਜੇ, ਸਟੀਮ ਬਣਨ ਲੱਗੂਗਾ, ਵੇਪਰਸ ਬਣਨ ਲੱਗ ਜਾਣਗੇ, ਠੀਕ ਹੈ। ਪਰ ਆਪਾਂ ਦੇਖਾਂਗੇ 100 ਡਿਗਰੀ ਸੈਲਸੀਅਸ ਤੇ ਵੀ ਹੁਣ ਉਹਦਾ ਟੈਂਪਰੇਚਰ ਇਨਕਰੀਜ਼ ਇਦੋਂ ਵੱਧ ਨਹੀਂ ਕਰ ਰਿਹਾ, ਠੀਕ ਹੈ। ਫਿਰ ਜਿਹੜੀ ਇਹ ਹੀਟ ਹੈ ਹੁਣ ਕਾਹਦੇ ਵਿੱਚ ਯੂਜ਼ ਹੋ ਰਹੀ ਹੈ, ਅਗੇਨ ਹੀਟ ਸਟੇਟ ਚੇਂਜ ਕਰਨ ਵਾਸਤੇ ਯੂਜ਼ ਹੋ ਰਹੀ ਹੈ ਰਾਜੇ। ਹੁਣ ਕਿਹੜੀ ਸਟੇਟ ਚੇਂਜ ਹੋ ਰਹੀ ਹੈ, ਉਹ ਲਿਕੁਇਡ ਤੋਂ ਕਾਹਦੇ ਵਿੱਚ ਬਦਲ ਰਿਹਾ, ਵੇਪਰਸ ਦੇ ਵਿੱਚ ਬਦਲ ਰਿਹਾ, ਕਲੀਅਰ। ਤਾਂ ਇੱਥੇ ਵੀ ਕਿਹੜੀ ਹੋਊਗੀ, ਲੇਟੈਂਟ ਹੀਟ। ਤਾਂ ਇਹਦਾ ਮਤਲਬ ਲੇਟੈਂਟ ਹੀਟ ਰਾਜੇ ਦੋ ਟਾਈਪ ਦੀ ਹੋ ਸਕਦੀ ਹੈ। ਇੱਕ ਤਾਂ ਲੇਟੈਂਟ ਹੀਟ ਉਦੋਂ ਹੀ ਹੋਊਗੀ ਜਦੋਂ ਸੋਲਿਡ ਤੋਂ ਲਿਕੁਇਡ ਬਦਲਦਾ, ਇੱਕ ਲੇਟੈਂਟ ਹੀਟ ਕੀ ਹੋਊਗੀ ਜਦੋਂ ਲਿਕੁਇਡ ਤੋਂ ਵੇਪਰਸ ਜਾਂ ਲਿਕੁਇਡ ਤੋਂ ਗੈਸਿਸ ਸਟੇਟ ਦੇ ਵਿੱਚ ਜਾਂਦਾ, ਹੈ ਨਾ। ਤਾਂ ਹੁਣ ਪਹਿਲਾਂ ਆਪਾਂ ਦੇਖਦੇ ਹਾਂ ਲੇਟੈਂਟ ਹੀਟ ਕੀ ਹੁੰਦਾ। ਇਟ ਇਜ਼ ਡਿਫਾਈਨਡ ਐਜ਼ ਕੁਆਂਟਿਟੀ ਆਫ ਹੀਟ ਰਿਕੁਆਇਰਡ ਟੂ ਚੇਂਜ ਦੀ unit mass of substance completely from one state to another at constant temperature। ਟੈਂਪਰੇਚਰ ਕੀ ਰਹੂਗਾ, ਕਨਸਟੈਂਟ ਰਹੂਗਾ, ਤੇ ਜਿੰਨੀ ਅਮਾਊਂਟ ਆਫ ਹੀਟ ਹੈ ਉਹ ਕਾਹਦੇ ਵਿੱਚ ਯੂਜ਼ ਹੋ ਰਹੀ ਹੈ, ਇੱਕ ਸਟੇਟ ਤੋਂ ਦੂਜੀ ਸਟੇਟ 'ਚ ਬਦਲਣ ਲਈ, ਉਹਨੂੰ ਆਪਾਂ ਕੀ ਕਹਿੰਦੇ ਆ, ਲੇਟੈਂਟ ਹੀਟ। ਤਾਂ ਲੇਟੈਂਟ ਹੀਟ ਇਜ਼ ਇਕੁਅਲਸ ਟੂ Q ਬਾਏ M, ਅਮਾਊਂਟ ਆਫ ਹੀਟ ਰਿਕੁਆਇਰਡ ਬਾਏ ਯੂਨਿਟ ਮਾਸ, ਠੀਕ ਹੈ। ਤੇ ਇਹਦੀ SI ਯੂਨਿਟ ਕੀ ਬਣੀ, Q ਦੀ ਆ ਜੂਗੀ ਜੂਲ, ਮਾਸ ਦੀ ਆ ਜੂਗੀ kg, ਤਾਂ ਜੂਲ ਪਰ kg। CGS ਕੀ ਬਣੀ, ਕੈਲਰੀ ਪਰ kg। ਹੁਣ ਦੋ ਟਾਈਪ ਦੀਆਂ ਹੀਟ ਹੁੰਦੀਆਂ ਨੇ, ਇੱਕ ਲੇਟੈਂਟ ਹੀਟ ਆਫ ਫਿਊਜ਼ਨ ਹੁੰਦੀ ਹੈ, ਇੱਕ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ ਹੁੰਦੀ ਹੈ। ਫਿਊਜ਼ਨ 'ਚ ਕੀ ਹੁੰਦਾ, ਜਦੋਂ ਸਟੇਟ ਕਿੱਥੋਂ ਬਦਲੇ, ਦੇਖੋ ਰਾਜੇ ਬਾਕੀ ਤਾਂ ਸਾਰਾ ਸੇਮ ਰਹੂਗਾ। ਅਮਾਊਂਟ ਆਫ ਹੀਟ ਰਿਕੁਆਇਰਡ ਟੂ ਚੇਂਜ ਦੀ ਯੂਨਿਟ ਮਾਸ ਆਫ ਸਬਸਟੈਂਸ ਫਰੋਮ ਇਟਸ ਸੋਲਿਡ ਟੂ ਲਿਕੁਇਡ ਸਟੇਟ। ਕਿਹੜੇ ਪੁਆਇੰਟ ਤੇ, ਮੈਲਟਿੰਗ ਪੁਆਇੰਟ ਤੇ। ਤਾਂ ਹੀ ਤਾਂ ਆਈਸ ਮੈਲਟ ਹੋਣੀ ਸਟਾਰਟ ਹੋ ਗਈ ਨਾ, ਇਹਦਾ ਮਤਲਬ ਉਹ ਸੋਲਿਡ ਟੂ ਲਿਕੁਇਡ ਬਦਲਿਆ। ਟੈਂਪਰੇਚਰ ਕੀ ਰਹੂਗਾ, ਕੌਨਸਟੈਂਟ ਮੈਲਟਿੰਗ ਪੁਆਇੰਟ ਵਾਲਾ, ਤੇ ਉਹਦੀ ਸਟੇਟ ਚੇਂਜ ਹੋ ਜੂਗੀ ਫਰੋਮ ਸੋਲਿਡ ਟੂ ਲਿਕੁਇਡ। ਫਿਰ ਆਊਗੀ ਲੇਟੈਂਟ ਹੀਟ ਆਫ ਵੇਪਰਾਈਜੇਸ਼ਨ। ਇਹਦੇ ਵਿੱਚ ਕੀ ਹੋਊਗਾ, ਅਮਾਊਂਟ ਆਫ ਹੀਟ ਜਿਹੜੀ ਰਿਕੁਆਇਰਡ ਹੋਊਗੀ ਸਬਸਟੈਂਸ ਨੂੰ ਕਿੱਥੋਂ ਕਿੱਥੇ ਚੇਂਜ ਕਰੂਗੀ, ਫਰੋਮ ਲਿਕੁਇਡ ਟੂ ਵੇਪਰ ਸਟੇਟ। ਬਟ ਇੱਥੇ ਟੈਂਪਰੇਚਰ ਹੁਣ ਕਿਹੜਾ ਰਹੂਗਾ, ਐਟ ਬੋਇਲਿੰਗ ਪੁਆਇੰਟ। ਕਲੀਅਰ ਹੈ ਬਾਟੀ। ਇਹ ਸਾਰੇ ਟੌਪਿਕ ਸੀ ਥਰਮਲ ਪ੍ਰੋਪਰਟੀਜ਼ ਦੇ ਰਿਲੇਟਡ। ਹਲੇ ਇਹ ਚੈਪਟਰ ਖਤਮ ਨਹੀਂ ਹੋਇਆ ਰਾਜੇ। ਹੁਣ ਆਪਾਂ ਇਹ ਦੇਖਣਾ ਹੈ ਵੀ ਜੇ ਆਪਾਂ ਕਿਸੇ ਸੋਲਿਡ ਦੇ ਵਿੱਚ ਗੱਲ ਕਰ ਰਹੇ ਹਾਂ ਜਾਂ ਲਿਕੁਇਡ ਦੇ ਵਿੱਚ ਗੱਲ ਕਰ ਰਹੇ ਹਾਂ, ਵੀ ਆਪਾਂ ਹੀਟ ਕਰੀਏ ਕਿਸੇ ਸਬਸਟੈਂਸ ਨੂੰ, ਤੇ ਉੱਥੇ ਹੁਣ ਹੀਟ ਟਰਾਂਸਫਰ ਕਿਵੇਂ ਹੋਊਗੀ, ਠੀਕ ਹੈ। ਤਾਂ ਆਪਾਂ ਅਗਲਾ ਟੌਪਿਕ ਹੋਊਗਾ ਟਰਾਂਸਫਰ ਆਫ ਹੀਟ, ਠੀਕ ਹੈ। ਆਪਾਂ ਵੇਜ਼ ਦੇਖਾਂਗੇ ਉਹਦੇ ਵਿੱਚ ਕਿਹੜੇ ਕਿਹੜੇ ਵੇਜ਼ ਦੇ ਨਾਲ ਹੀਟ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚੇਗੀ। Clear? So that all was the topic. Thank you so much.